ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਕਸੂਤੇ ਫਸਦੇ ਨਜ਼ਰ ਆ ਰਹੇ ਨੇ। प्रदेश का मुख्यमंत्री सरेआम आके खुले तौर उत्ते जे कोई आके बयान दे कि कोई आरोप लाने वालों कोई आरोपी नहीं होता। देश की जी अंतरराष्ट्रीय स्तर उत्ते खिलाड़ी हैगी है ਉਹਨੂੰ ਸ਼ਰਮਸਾਰ ਕਰ ਰਹੀ ਹੈ। ਜਿਹੜੇ ਉਹਨਾਂ ਦੇ ਮੰਤਰੀ ਨੇ ਉਹਨਾਂ ਨੂੰ ਸਰਿਆਮ ਸੇਫਗਾਰਡ ਕਰ ਰਹੇ ਨੇ। ਪੀੜਿਤ ਹੈ ਉਸ ਨੂੰ ਤਾਂ 4 ਤੋਂ 5 ਵਾਰੀ ਬੁਲਾ ਕੇ ਪੁਲਿਸ ਨੇ ਜਾਂਚ ਪੜਤਾਲ ਕਰ ਲਈ, ਪਰ ਜਿਹੜਾ ਮੰਤਰੀ ਹੈਗਾ ਉਹਨੂੰ ਤਾਂ ਪੁਲਿਸ ਅਰੈਸਟ ਹੀ ਨਹੀਂ ਕਰ ਰਹੀ, ਜਿਸ 'ਚ ਨੌਨ ਅਵੇਲੇਬਲ ਅਫੈਂਸ ਪਹਿਲਾਂ ਲੱਗੇ ਹੋਣ ਤੇ ਅਟੈਂਪਟ ਟੂ ਰੇਪ ਦੀ ਧਾਰਾएं ਵੀ ਜਿਹੜੀ FIR 'ਚ ਜਿਹੜੀ ਕੰਪਲੇਂਟ ਹੈਗੀ, ਜਿਹੜਾ ਮਾਮਲਾ ਹੈਗਾ ਉਸ 'ਚ ਲੱਗਣੀ ਹੈ। ਕਿਤੇ ਨਾ ਕਿਤੇ ਸਰਕਾਰ ਤੇ ਕਿਤੇ ਨਾ ਕਿਤੇ ਪੁਲਿਸ ਦਬਾਅ 'ਚ ਆ ਕੇ ਉਸ ਮੰਤਰੀ ਨੂੰ ਕਿਤੇ ਨਾ ਕਿਤੇ ਕੋਈ ਵੀ ਕਾਰਵਾਈ ਨਾ ਕਰਕੇ ਸਰਿਆਮ ਉੱਤੇ ਇਹ ਦਿਖਾਉਣਾ ਚਾਹੁੰਦੀ ਹੈ ਕਿ ਵੀ ਆਮ ਆਦਮੀ ਲਈ ਕਾਨੂੰਨ ਅਲੱਗ ਹੈਗਾ ਤੇ ਮੰਤਰੀ ਲਈ ਕਾਨੂੰਨ ਅਲੱਗ ਹੈ। ਜਾਂਚ ਉਹ ਕੀ ਆਪਣੀ ਸਿੱਟ ਦੀ ਗੱਲ ਕਰ ਰਹੇ ਆ ਜਾਂਚ ਦੀ, ਜਾਂ ਜਿਹੜੀ ਚੰਡੀਗੜ੍ਹ ਸਿੱਟ ਦੀ ਜਾਂਚ ਦੀ ਗੱਲ? ਮੈਂ ਸਮਝਦਾ ਮੁੱਖ ਮੰਤਰੀ ਜੀ ਨੂੰ ਆਪਣਾ ਜਿਹੜਾ ਬਿਆਨ ਦਿੱਤਾ ਬਹੁਤ ਗੈਰ ਜ਼ਿੰਮੇਵਾਰਾਨਾ ਬਿਆਨ ਉਹਨਾਂ ਨੇ ਦਿੱਤਾ ਹੈ ਤੇ ਕਿਤੇ ਨਾ ਕਿਤੇ ਪੂਰੇ ਦੇਸ਼ ਪ੍ਰਦੇਸ਼ 'ਚ ਉਹਨਾਂ ਦੇ ਇਸ ਬਿਆਨ ਲਈ ਥੂ ਹੋ ਰਹੀ ਹੈ ਉਹਨਾਂ ਦੀ। ਕਿਤੇ ਨਾ ਕਿਤੇ ਉਹ ਮੰਤਰੀ ਨੂੰ ਵਿਚਾਰੇ ਨੇ ਤੇ ਮੁੱਖ ਮੰਤਰੀ ਜੀ ਕਹਿ ਰਹੇ ਮੇਰੇ ਕੋਲ ਵਿਭਾਗ ਆ ਗਿਆ, ਤਾਂ ਕਿਤੇ ਨਾ ਕਿਤੇ ਹੁਣ ਤੱਕ ਕੋਈ ਨੋਟੀਫਿਕੇਸ਼ਨ ਕਿਉਂ ਨਹੀਂ ਹੋਈ ਇਹਦੀ? ਜਿਹੜੇ ਸਪੋਰਟਸ ਮਿਨਿਸਟਰ ਹੈਗੇ ਨੇ ਇਹ ਸੰਦੀਪ ਜੀ, ਇਹਨਾਂ ਦੇ ਤਾਂ ਟਵਿੱਟਰ ਅਕਾਊਂਟ ਤੇ ਹੁਣੇ ਵੀ ਲਿਖਿਆ ਹੋਇਆ ਕਿ ਵੀ ਇਹ ਸਪੋਰਟਸ ਮਿਨਿਸਟਰ ਨੇ। ਕੋਈ ਨੋਟੀਫਿकेशन नहीं आई। CM हरियाणा की वैबसाइट उत्ते इन्हां दा नाम चल रहा है। कल कोई ये किसी कार्यक्रम च भी हिसार जा रहे हैं। ਮੰਤਰੀ ਸੰਦੀਪ ਸਿੰਘ ਤੇ ਜਦੋਂ ਇਲਜ਼ਾਮ ਲੱਗੇ ਉਦੋਂ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਤੁਰੰਤ ਕਰ ਦਿੱਤੀ ਗਈ, ਉਦੋਂ ਨਹੀਂ ਅਸਤੀਫੇ ਦੀ ਗੱਲ ਚੱਲੀ। ਸਾਡੀ ਕੁੜੀ ਨਾਲ ਜੁੜਾ ਮੁੱਦਾ, ਕੁੜੀਆਂ ਸਾਰਿਆਂ ਦੀ ਸਾਂਝੀ ਹੁੰਦੀਆਂ ਨੇ। ਜੇ ਮੰਤਰੀ ਜੀ ਨੇ ਸਾਫ਼ ਤੇ ਪਾਕ ਸੁਥਰੇ ਨੇ ਤਾਂ ਕਿਉਂ ਨਹੀਂ ਆਉਂਦੇ ਪੁਲਿਸ ਦੇ ਸਾਹਮਣੇ, ਕਿਉਂ ਨਹੀਂ ਇਨਵੈਸਟੀਗੇਸ਼ਨ ਜੁਆਇਨ ਕਰਦੇ, ਕਿਉਂ ਨਹੀਂ ਸਰੈਂਡਰ ਕਰਦੇ? ਉਹਨਾਂ ਦਾ ਗੈਰ ਜ਼ਮਾਨਤੀ ਜਿਹੜੀ ਧਾਰਾਵਾਂ ਨੇ ਉਹਨਾਂ 'ਚ ਪਰਚਾ ਦਰਜ ਹੋਇਆ ਵਾ, ਕਿਉਂ ਨਹੀਂ ਆਉਂਦੇ ਸਾਹਮਣੇ? ਉਹ ਤਾਂ ਘਰੇ ਵੀ ਨਹੀਂ ਹੈਗੇ ਆਪਣੇ, ਸਾਨੂੰ ਤਾਂ ਚੰਡੀਗੜ੍ਹ ਪੁਲਿਸ ਦੱਸ ਰਹੀ ਹੈ ਉਹ ਤਾਂ ਘਰੇ ਹੈ ਹੀ ਨਹੀਂ। ਤੇ ਘਰ ਜਾ ਕੇ ਦੱਸਿਆ ਜਾ ਰਿਹਾ ਹੈ ਕਿ ਪੁੱਛਗਿੱਛ ਦੇ ਲਈ ਸਿੱਟ ਜਾ ਰਹੀ ਹੈ ਉਹਨਾਂ ਦੇ ਘਰ। ਉਹਨਾਂ ਸਾਨੂੰ ਇਹ ਦੱਸਿਆ ਵੀ ਮੰਤਰੀ ਘਰੇ ਨਹੀਂ ਹੈਗਾ, ਤਾਂ ਮੈਂ ਸਮਝਦਾ ਮੰਤਰੀ ਰਹਿਣ ਲਈ ਹੱਕਦਾਰ ਹੀ ਨਹੀਂ ਹੈ। ਉਹਨਾਂ ਨੂੰ ਤਾਂ ਬਿਨਾਂ ਕਿਸੇ ਦੇਰੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਤਾਂ ਉਦੋਂ ਵੱਲ ਮੁੱਖ ਮੰਤਰੀ ਰਹਿਣਾ, ਜਿਹੜੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਰਾ ਦਿੰਦੇ ਨੇ, ਉਹ ਕਿਉਂ ਨਹੀਂ ਉਹਨੂੰ ਬਰਖਾਸਤ ਕਰਦੇ? ਸੰਦੀਪ ਸਿੰਘ ਜੀ ਤਾਂ ਕਿਤੇ ਦਿਖ ਹੀ ਨਹੀਂ ਰਹੇ ਔਰ ਉਹ ਤਾਂ ਫਰਾਰ ਨੇ। ਚੰਡੀਗੜ੍ਹ ਪੁਲਿਸ ਕਿਉਂ ਨਹੀਂ ਅਰੈਸਟ ਕਰਦੀ ਉਹਨਾਂ ਨੂੰ? ਉਹਨਾਂ ਦਾ ਇੱਕ ਬਿਆਨ ਅਸੀਂ ਵੀ ਸੁਣਿਆ ਜਿਸ ਵਿੱਚ ਉਹ ਕੁਰਲਾ ਕੇ ਕਹਿ ਰਹੇ ਨੇ ਮੈਨੂੰ ਲੱਗਦਾ ਜਦੋਂ ਮੈਂ ਕਰ ਲਿਆ ਮੈਂ ਇੰਨੀ ਜ਼ਿਆਦਾ ਪਰੇਸ਼ਾਨ ਹੋ ਚੁੱਕੀ। ਉਸ ਕੁੜੀ 'ਚ ਕਿੰਨੀ ਹਿੰਮਤ ਹੈ ਕਿ ਉਹਨੇ ਇੰਨੀ ਬੇਬਾਕੀ ਨਾਲ ਸਾਰੀ ਚੀਜ਼ਾਂ ਪੁਲਿਸ ਨੂੰ ਦੱਸੀਆਂ ਬਿਨਾਂ ਕਿਸੇ ਦੇਰੀ ਤੋਂ। 376 ਐਡ ਵਿਦ 500 ਵਗੈਰਾ ਲਾਏ ਤੇ ਸਭ ਤੋਂ ਪਹਿਲਾਂ ਬਿਨਾਂ ਕਿਸੇ ਦੇਰੀ ਨਾਲ ਉਹ ਸੰਦੀਪ ਸਿੰਘ ਜੀ ਨੂੰ ਅਰੈਸਟ ਕੀਤਾ ਜਾਏ। ਔਰ ਹਰਿਆਣਾ ਸਰਕਾਰ ਉਹਨਾਂ ਨੂੰ ਮੰਤਰੀ ਪਦ 'ਚ ਰੱਖ ਕੇ ਕੀ ਦਿਖਾਉਣਾ ਚਾਹੁੰਦੀ ਹੈ? ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਕਸੂਤੇ ਫਸਦੇ ਨਜ਼ਰ ਆ ਰਹੇ ਨੇ ਕਿਉਂਕਿ ਪੀੜਤ ਕੋਚ ਨੇ ਹੁਣ ਤੱਕ ਇਹ ਕਿਹਾ ਕਿ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਮੈਂ ਹੀ ਜੁਰਮ ਕੀਤਾ ਹੋਵੇ, ਕਿਉਂਕਿ ਇਸ ਮਸਲੇ ਦੇ ਵਿੱਚ ਪੁੱਛਗਿੱਛ ਦੇ ਲਈ ਜਿੱਥੇ ਹੀ ਰੀਕ੍ਰੀਏਸ਼ਨ ਦਾ ਸੀਨ ਵੀ ਕ੍ਰੀਏਟ ਕੀਤਾ ਗਿਆ, ਕੋਈ ਸਬੂਤ ਦੇ ਦਿੱਤੇ ਗਏ ਨੇ ਪੀੜਤ ਕੋਚ ਵੱਲੋਂ। ਲੀਗਲ ਟੀਮ ਉਹਨਾਂ ਦੀ ਕੀ ਕਰ ਰਹੀ ਹੈ, ਸਾਰੀਆਂ ਗੱਲਾਂ ਕਰਾਂਗੇ। ਪਰ ਦੂਜੇ ਪਾਸੇ ਪੁੱਛਗਿੱਛ ਸੰਦੀਪ ਸਿੰਘ ਤੋਂ ਹੋ ਰਹੀ ਹੈ ਔਰ ਉਹਨਾਂ ਦੀ ਰਿਹਾਇਸ਼ ਤੇ ਜਾ ਕੇ ਹੋ ਰਹੀ ਹੈ। ਇਸ ਮਸਲੇ 'ਚ ਹਰਿਆਣਾ ਦੇ ਮੁੱਖ ਮੰਤਰੀ ਇਹ ਕਹਿ ਚੁੱਕੇ ਨੇ ਕਿ ਕਿਸੇ ਤੇ ਦੋਸ਼ ਲੱਗਣ ਨਾਲ ਕੋਈ ਦੋਸ਼ੀ ਨਹੀਂ ਬਣ ਜਾਂਦਾ, ਜਾਂਚ ਚੱਲ ਰਹੀ ਹੈ, ਜਾਂਚ ਕੀ ਨਿਕਲਦਾ ਫਿਰ ਦੇਖਾਂਗੇ। ਇਸ ਮਸਲੇ 'ਚ ਹਰਿਆਣਾ ਦੀ ਵੱਖਰੀ ਸਿੱਟ ਬਣ ਗਈ ਹੈ, ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸਿੱਟ ਬਣਾ ਦਿੱਤੀ ਹੈ ਕਿ ਕੀ ਨਿਕਲੇਗਾ। ਮੇਰੇ ਨਾਲ ਇਸ ਮਸਲੇ ਦੇ ਵਿੱਚ ਗੱਲਬਾਤ ਕਰਨ ਦੇ ਲਈ ਐਡਵੋਕੇਟ ਦੀਪਾਂਸ਼ੂ ਬੰਸਲ ਨੇ, ਉਹਨਾਂ ਨਾਲ ਅਸੀਂ ਸਾਰੀਆਂ ਗੱਲਾਂ ਕਰਾਂਗੇ। ਐਡਵੋਕੇਟ ਸਾਹਿਬ, ਇਸ ਕੇਸ ਵਿੱਚ ਹੁਣ ਤੱਕ ਤੁਸੀਂ ਤਜਰਬੇ ਵਿੱਚੋਂ ਕੀ ਸਿੱਖਿਆ, ਕੀ ਨਜ਼ਰ ਆਉਂਦਾ ਤੁਹਾਨੂੰ ਕਿ ਕਿੱਥੇ ਗੜਬੜੀ ਹੋਈ ਔਰ ਕਿੱਥੇ ਕਿੱਥੇ ਬਚਾਇਆ ਜਾ ਰਿਹਾ? ਦੇਖੋ, ਜਿਹੜੇ ਮੰਤਰੀ ਉੱਤੇ ਯੌਨ ਉਤਪੀੜਨ ਦੇ ਆਰੋਪ ਲੱਗੇ ਹੋਣ ਤੇ ਉਸ ਮੰਤਰੀ ਨੂੰ ਪ੍ਰਦੇਸ਼ ਦਾ ਮੁੱਖ ਮੰਤਰੀ ਸਰਿਆਮ ਆ ਕੇ ਖੁੱਲੇ ਤੌਰ ਉੱਤੇ ਜੇ ਕੋਈ ਆ ਕੇ ਬਿਆਨ ਦੇ ਕਿ ਕੋਈ ਆਰੋਪ ਲਾਉਣ ਵੱਲੋਂ ਕੋਈ ਆਰੋਪੀ ਨਹੀਂ ਹੁੰਦਾ, ਤਾਂ ਮੈਂ ਸਮਝਦਾ ਓਪਨਲੀ ਸਰਿਆਮ ਇੱਕ ਦੇ ਦੇਸ਼ ਦੀ ਜਿਹੜੀ ਅੰਤਰਰਾਸ਼ਟਰੀ ਸਤਰ ਉੱਤੇ ਖਿਲਾੜੀ ਹੈਗੀ ਹੈ ਉਹਨੂੰ ਸ਼ਰਮਸਾਰ ਕਰ ਰਹੀ ਹੈ। ਨਾਲੇ ਮੁੱਖ ਮੰਤਰੀ ਜੀ ਨਾਲੇ ਦੂਜੇ ਵਾਂਗੂ ਜਿਹੜੇ ਉਹਨਾਂ ਦੇ ਮੰਤਰੀ ਨੇ ਉਹਨਾਂ ਨੂੰ ਸਰਿਆਮ ਸੇਫਗਾਰਡ ਕਰ ਰਹੇ ਨੇ ਤੇ ਕਿਤੇ ਨਾ ਕਿਤੇ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੀ ਫੇਅਰ ਤੌਰ ਉੱਤੇ ਹੋਣੀ ਚਾਹੀਦੀ ਹੈ ਉਹਨੂੰ ਉਸ ਉੱਤੇ ਦਬਾਅ ਬਣਾਉਣ ਦਾ ਕੰਮ ਕਰ ਰਹੇ ਨੇ। ਤੇ ਦੂਜੀ ਤੁਸੀਂ ਗੱਲ ਕੀਤੀ ਹੈ ਵੀ ਹਰਿਆਣਾ ਸਰਕਾਰ ਨੇ ਜਿਹੜੀ ਸਿੱਟ ਬਣਾਈ ਹੈ, ਮੈਂ ਸਮਝਦਾ ਇਹ ਕਾਨੂੰਨ ਤੋਂ ਪਰੇ ਹੈ ਤੇ ਆਪਾਂ ਇਸ ਜਿਹੜੀ ਸਿੱਟ ਹੈਗੀ ਹਰਿਆਣਾ ਸਰਕਾਰ ਵੱਲੋਂ ਬਣਾਈ ਗਈ ਹੈ ਉਸ ਨੂੰ ਆਪਾਂ ਲੀਗਲੀ ਉਹਦੀ ਕੀ ਵੈਲਿਡਿਟੀ ਹੈਗੀ ਹੈ ਉਸ ਨੂੰ ਵੀ ਲੈ ਕੇ ਆਪਾਂ ਕੋਰਟ 'ਚ ਮੂਵ ਕਰਾਂਗੇ, ਕਿਉਂਕਿ ਜਿਹੜੀ ਪੀੜਿਤਾ ਹੈਗੀ ਹੈ, ਜਿਹੜੀ ਸਾਡੀ ਕਲਾਇੰਟ ਹੈਗੀ ਹੈ, ਉਸ ਨੇ ਤਾਂ ਕੰਪਲੇਂਟ ਹੀ ਚੰਡੀਗੜ੍ਹ ਪੁਲਿਸ 'ਚ ਦਿੱਤੀ ਹੈ, ਕਿਉਂਕਿ ਜਿਹੜਾ ਇਹ ਮਾਮਲਾ ਵੱਖਰਾ ਹੈਗਾ ਇਹ ਚੰਡੀਗੜ੍ਹ ਦਾ ਹੈ ਤੇ ਜਿਹੜੀ FIR ਵੀ ਦਰਜ ਹੋਈ ਹੈਗੀ ਉਹ ਪੁਲਿਸ ਸਟੇਸ਼ਨ ਸੈਕਟਰ 26 ਚੰਡੀਗੜ੍ਹ 'ਚ ਹੋਈ ਹੈ।
ਤੇ ਜਿਹੜੀ ਸਿੱਟ ਚੰਡੀਗੜ੍ਹ 'ਚ ਬਣੀ ਹੈ ਉਸ ਦੇ ਲਈ ਜਿਹੜੀ ਸਾਡੀ ਕਲਾਇੰਟ ਹੈ ਉਹਨੇ 1 ਤਰੀਕ ਨੂੰ ਵੀ ਘੱਟੋ ਘੱਟ ਵੀ 5-6 ਘੰਟੇ ਲਾ ਕੇ 6 ਘੰਟੇ ਲਾ ਕੇ ਸਾਰੇ ਬਿਆਨ ਬੜੀ ਡਿਟੇਲ ਉੱਤੇ ਦਿੱਤੇ ਨੇ ਤੇ ਉਸ ਤੋਂ ਬਾਅਦ 3 ਤਰੀਕ ਨੂੰ ਵੀ ਸਾਡੀ ਕਲਾਇੰਟ ਨੇ ਬਹੁਤ ਡਿਟੇਲ 'ਚ ਘੱਟੋ ਘੱਟ ਵੀ 7-8 ਘੰਟੇ, ਜਿੱਥੇ ਮੈਂ ਵੀ ਉਹਨਾਂ ਨਾਲ ਸੀਗਾ, ਸਾਡੀ ਲੀਗਲ ਟੀਮ ਉਹਨਾਂ ਨਾਲ ਸੀਗੀ, 7-8 ਘੰਟੇ ਲਾ ਕੇ ਉਹਨਾਂ ਨੇ ਬਹੁਤ ਡਿਟੇਲ 'ਚ, यहाँ तक कि ਉਹਨਾਂ ਨੇ ਆਪਣਾ ਫੋਨ ਵੀ ਜਿਹੜਾ ਹੈਗਾ ਉਹ ਪੁਲਿਸ ਡਿਪਾਰਟਮੈਂਟ ਨੂੰ ਸੀਜ਼ ਕਰਾ ਦਿਆ। ਸਾਰੇ ਜਿਹੜੇ ਡਾਕੂਮੈਂਟ ਸੀਗੇ, ਸਾਰੀ ਜਿਹੜੀ ਡਿਟੇਲ ਸੀਗੀ, ਸਾਰੇ ਜਿਹੜੇ ਫੋਨ ਕਾਲ ਸੀਗੇ, ਜਿੰਨੀ ਵੀ ਦਸਤਾਵੇਜ਼, ਜਿੰਨੀ ਵੀ ਐਵੀਡੈਂਸ ਇਸ ਕੇਸ ਵੱਲੋਂ ਉਹਨਾਂ ਕੋਲ ਹੈਗੇ ਨੇ ਉਹਨਾਂ ਨੇ ਦੇ ਦਿੱਤੇ ਨੇ। ਤਾਂ ਉਸ ਤੋਂ ਵੀ ਵੱਡ ਮਾਨਯ ਅਦਾਲਤ ਦੇ ਸਾਹਮਣੇ ਉਹਨਾਂ ਨੇ 164 ਦੇ ਜਿਹੜੇ ਬਿਆਨ ਹੁੰਦੇ ਨੇ ਉਹ ਵੀ ਦਰਜ ਕਰਾ ਦੇ ਨੇ। ਤੇ ਉਸ ਤੋਂ ਬਾਅਦ ਸਿਟ ਨੇ ਜਦ ਸਾਨੂੰ ਇਹ ਰਿਕੁਐਸਟ ਕੀਤੀ ਕਿ ਵੀ ਉਹਨਾਂ ਤੋਂ ਜਿਹੜਾ ਸੀਨ ਰੀਕ੍ਰੀਏਸ਼ਨ ਉਹਨਾਂ ਨੇ ਮੌਕੇ ਉੱਤੇ ਨਿਸ਼ਾਨਦੀ ਜਿਹੜੀ ਹੁੰਦੀ ਹੈਗੀ ਹੈ ਕ੍ਰਿਮੀਨਲ ਕੇਸ 'ਚ ਉਹ ਕਰਾਣੀ ਹੈ, ਉਹ ਵੀ ਪੀੜਿਤਾ ਨੇ ਜਾ ਕੇ ਕਰਾ ਦਿੱਤੀ ਹੈ। ਪਰ ਤੁਹਾਡੇ ਸਾਹਮਣੇ ਅੱਜ ਪੂਰੇ ਦੇਸ਼ ਦੇ ਸਾਹਮਣੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਇਹ ਹੈ ਵੀ ਜਿਹੜੇ ਪੀੜਿਤਾ ਹੈ ਉਸ ਨੂੰ ਤਾਂ 4 ਤੋਂ 5 ਵਾਰੀ ਬੁਲਾ ਕੇ ਪੁਲਿਸ ਨੇ ਜਾਂਚ ਪੜਤਾਲ ਕਰ ਲਈ, ਪਰ ਜਿਹੜਾ ਮੰਤਰੀ ਹੈਗਾ ਉਹਨੂੰ ਤਾਂ ਪੁਲਿਸ ਅਰੈਸਟ ਹੀ ਨਹੀਂ ਕਰ ਰਹੀ, ਜਿਸ 'ਚ ਨੌਨ ਅਵੇਲੇਬਲ ਅਫੈਂਸ ਪਹਿਲਾਂ ਲੱਗੇ ਹੋਣ ਤੇ ਅਟੈਂਪਟ ਟੂ ਰੇਪ ਦੀ ਧਾਰਾएं ਵੀ ਜਿਹੜੀ FIR 'ਚ ਜਿਹੜੀ ਕੰਪਲੇਂਟ ਹੈਗੀ, ਜਿਹੜਾ ਮਾਮਲਾ ਹੈਗਾ ਉਸ 'ਚ ਲੱਗਣੀ ਹੈ। ਤਾਂ ਉਸ ਕੇਸ 'ਚ ਕਿਤੇ ਨਾ ਕਿਤੇ ਸਰਕਾਰ ਤੇ ਕਿਤੇ ਨਾ ਕਿਤੇ ਪੁਲਿਸ ਦਬਾਅ 'ਚ ਆ ਕੇ ਉਸ ਮੰਤਰੀ ਨੂੰ ਕਿਤੇ ਨਾ ਕਿਤੇ ਕੋਈ ਵੀ ਕਾਰਵਾਈ ਨਾ ਕਰਕੇ ਸਰੇਆਮ ਉਤੇ ਦਿਖਾਉਣਾ ਚਾਹੁੰਦੀ ਹੈ ਕਿ ਵੀ ਆਮ ਆਦਮੀ ਲਈ ਕਾਨੂੰਨ ਅਲੱਗ ਹੈਗਾ ਤੇ ਮੰਤਰੀ ਲਈ ਕਾਨੂੰਨ ਅਲੱਗ ਹੈ, ਆਪਾਂ ਇਸ ਨੂੰ ਲੈ ਕੇ ਕੋਰਟ 'ਚ ਮੂਵ ਕਰਾਂਗੇ। ਪਰ ਜਿਹੜਾ ਮੁੱਖ ਮੰਤਰੀ ਨੇ ਬਿਆਨ ਦਿੱਤਾ ਕਿ ਜਾਂਚ ਹੋ ਰਹੀ ਹੈ, ਉਸ ਦੇ ਤਹਿਤ ਕਾਰਵਾਈ ਹੋਏਗੀ, ਜਾਂਚ ਉਹ ਕੀ ਆਪਣੀ ਸਿੱਟ ਦੀ ਗੱਲ ਕਰ ਰਿਹਾ ਜਾਂਚ ਦੀ, ਜਾਂ ਜਿਹੜੀ ਚੰਡੀਗੜ੍ਹ ਸਿੱਟ ਦੀ ਜਾਂਚ ਦੀ ਗੱਲ? ਮੈਂ ਸਮਝਦਾ ਮੁੱਖ ਮੰਤਰੀ ਜੀ ਨੂੰ ਆਪਣਾ ਜਿਹੜਾ ਬਿਆਨ ਦਿੱਤਾ ਬਹੁਤ ਗੈਰ ਜ਼ਿੰਮੇਵਾਰਾਨਾ ਬਿਆਨ ਉਹਨਾਂ ਨੇ ਦਿੱਤਾ ਹੈ ਤੇ ਕਿਤੇ ਨਾ ਕਿਤੇ ਪੂਰੇ ਦੇਸ਼ ਪ੍ਰਦੇਸ਼ 'ਚ ਉਹਨਾਂ ਦੇ ਇਸ ਬਿਆਨ ਲਈ ਥੂ ਹੋ ਰਹੀ ਹੈ ਉਹਨਾਂ ਦੀ, ਤੇ ਨਾਲੇ ਉਹਨਾਂ ਦੀ ਮਾਨਸਿਕਤਾ ਵੀ ਕਿਤੇ ਨਾ ਕਿਤੇ ਦਿਖ ਰਹੀ ਹੈ, ਜਿਹਦੇ ਤੌਰ 'ਚ ਉਹਨਾਂ ਨੂੰ ਬਿਆਨ ਇਹ ਦੇਣਾ ਚਾਹੀਦਾ ਸੀਗਾ ਕਿ ਜੋ ਅੰਤਰਰਾਸ਼ਟਰੀ ਖਿਲਾੜੀ ਨੇ ਜਿਹੜੀ ਕੰਪਲੇਂਟ ਦਿੱਤੀ ਹੈ ਉਹਦੀ ਜਾਂਚ ਨਿਸ਼ਪਕਸ਼ ਤੌਰ ਉੱਤੇ ਹੋਣੀ ਚਾਹੀਦੀ ਹੈ ਤੇ ਇਸ 'ਚ ਸਰਕਾਰ ਵੱਲੋਂ ਜੋ ਵੀ ਮਦਦ ਹੋਣੀ ਚਾਹੀਦੀ ਉਹ ਦੇਣੀ ਆਪਾਂ ਦੇਵਾਂਗੇ। ਉਹਨਾਂ ਦਾ ਬਿਆਨ ਇਹ ਹੋਣਾ ਚਾਹੀਦਾ ਸੀਗਾ, ਪਰ ਕਿਤੇ ਨਾ ਕਿਤੇ ਉਹ ਮੰਤਰੀ ਨੂੰ ਵਿਚਾਰੇ ਨੇ। ਤਾਂ ਇਹ ਗੱਲ ਦੇਖੋ, ਮੰਤਰੀ ਜੀ ਕਹਿ ਰਹੇ ਮੈਂ ਵਿਭਾਗ ਦੇ ਦਿੱਤਾ ਹੈ ਤੇ ਮੁੱਖ ਮੰਤਰੀ ਜੀ ਕਹਿ ਰਹੇ ਮੇਰੇ ਕੋਲ ਵਿਭਾਗ ਆ ਗਿਆ, ਤਾਂ ਕਿਤੇ ਨਾ ਕਿਤੇ ਹੁਣ ਤੱਕ ਕੋਈ ਨੋਟੀਫਿਕੇਸ਼ਨ ਕਿਉਂ ਨਹੀਂ ਹੋਈ ਇਹਦੀ? ਔਰ ਜਿਹੜੇ ਸਪੋਰਟਸ ਮਿਨਿਸਟਰ ਹੈਗੇ ਨੇ ਇਹ ਸੰਦੀਪ ਜੀ, ਇਹਨਾਂ ਦੇ ਤਾਂ ਟਵਿੱਟਰ ਅਕਾਊਂਟ ਤੇ ਹੁਣੇ ਵੀ ਲਿਖਿਆ ਹੋਇਆ ਕਿ ਵੀ ਇਹ ਸਪੋਰਟਸ ਮਿਨਿਸਟਰ ਨੇ, ਕੋਈ ਨੋਟੀਫਿਕੇਸ਼ਨ ਨਹੀਂ ਆਈ। CM ਹਰਿਆਣਾ ਦੀ ਵੈਬਸਾਈਟ ਉੱਤੇ ਇਹਨਾਂ ਦਾ ਨਾਂ ਚੱਲ ਰਿਹਾ ਹੈ। ਤਾਂ ਕਿਤੇ ਨਾ ਕਿਤੇ ਹੁਣ ਮੀਡੀਆ ਵਾਂਗੂ ਸਾਨੂੰ ਪਤਾ ਲੱਗਿਆ ਵੀ ਕੱਲ ਕੋਈ ਇਹ ਕਿਸੇ ਕਾਰਿਆਕਰਮ 'ਚ ਵੀ ਹਿਸਾਰ ਜਾ ਰਹੇ ਨੇ। ਮੈਂ ਸਮਝਦਾ ਕਾਨੂੰਨ ਦੀ ਕਿਤੇ ਨਾ ਕਿਤੇ ਮੌਕਰੀ ਕਰਨ ਦਾ ਕੰਮ ਜਿਹੜੇ ਹੈ ਇਹ ਹਰਿਆਣਾ ਸਰਕਾਰ ਤੇ ਕਿਤੇ ਨਾ ਕਿਤੇ ਮੁੱਖ ਮੰਤਰੀ ਹਰਿਆਣਾ ਕਰ ਰਹੇ ਨੇ। ਮੈਂ ਸਮਝਦਾ ਪੂਰਾ ਹਰਿਆਣਾ ਔਰ ਤੇ ਪੂਰਾ ਦੇਸ਼ ਇਹਨਾਂ ਦੀ ਇਸ ਕਾਰਗੁਜ਼ਾਰੀ ਨੂੰ ਦੇਖ ਰਿਹਾ ਜੀ। ਇੱਕ ਸਭ ਤੋਂ ਵੱਡੀ ਗੱਲ ਇਸ 'ਚ ਇਹ ਦੇਖੀ ਜਾ ਰਹੀ ਹੈ ਜੀ ਕਿ ਮੰਤਰੀ ਸੰਦੀਪ ਸਿੰਘ ਤੇ ਜਦੋਂ ਇਲਜ਼ਾਮ ਲੱਗੇ ਉਦੋਂ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਤੁਰੰਤ ਕਰ ਦਿੱਤੀ ਗਈ, ਉਦੋਂ ਨਹੀਂ ਅਸਤੀਫੇ ਦੀ ਗੱਲ ਚੱਲੀ। ਕਹਿੰਦੇ ਇਹ ਸਿਆਸੀ ਸਾਜ਼ਿਸ਼ ਮੈਨੂੰ ਲੱਗ ਰਹੀ ਹੈ ਕਿਉਂਕਿ ਇਨੈਲੋ ਪਾਰਟੀ ਦੇ ਦਫ਼ਤਰ 'ਚ ਪ੍ਰੈਸ ਕਾਨਫਰੰਸ ਦਾ ਹੋਣਾ ਤੁਹਾਡੇ ਕਲਾਇੰਟ ਦਾ, ਇਹ ਕਿਤੇ ਇਸ਼ਾਰਾ ਹੋਰ ਕਰਦਾ। ਨਹੀਂ ਮੈਂ ਸਮਝਦਾ, ਦੇਖਿਏ ਜਿਹੜੀ ਕਲਾਇੰਟ ਸਾਡੀ ਹੈਗੀ ਹੈ ਉਹ ਇਤਨੀ ਮੈਂਟਲੀ ਤੇ ਇਹਨਾਂ ਸੈਕਸ਼ੂਅਲੀ ਤੇ ਇਹਨਾਂ ਫਿਜ਼ੀਕਲੀ ਟੌਰਚਰ ਹੋ ਗਈ ਸੀਗੀ। ਉਹ ਤਾਂ ਆਪਣੀ ਗੁਹਾਰ ਲਾਉਣ ਲਈ ਕਿਤੇ ਨਾ ਕਿਤੇ ਨੇਤਾਵਾਂ ਵਾਂਗੂ ਜਾ ਰਹੀ ਸੀਗੀ, ਉਹ ਤਾਂ ਉੱਥੇ ਗਏ ਸੀਗੇ। ਤਾਂ ਇਵੇਂ ਅਬੇ ਜੀ ਨੇ ਵੀ ਇਹੀ ਬਿਆਨ ਦਿੱਤਾ ਹੈ ਤੇ ਕੋਈ ਇਹ ਮੁੱਦਾ ਰਾਜਨੀਤਿਕ ਨਹੀਂ ਹੈਗਾ, ਇਹ ਮੁੱਦਾ ਦੇਸ਼ ਤੇ ਪ੍ਰਦੇਸ਼ ਦੀ ਸਾਡੀ ਕੁੜੀ ਨਾਲ ਜੁੜਾ ਮੁੱਦਾ, ਕੁੜੀਆਂ ਸਾਰਿਆਂ ਦੀ ਸਾਂਝੀ ਹੁੰਦੀਆਂ ਨੇ। ਤਾਂ ਮੈਂ ਸਮਝਦਾ ਇਸ 'ਚ ਫੇਰ ਇਨਵੈਸਟੀਗੇਸ਼ਨ ਹੋ। ਜੇ ਮੰਤਰੀ ਜੀ ਨੇ ਸਾਫ਼ ਤੇ ਪਾਕ ਪੁੱਤਰੇ ਨੇ ਤਾਂ ਕਿਉਂ ਨਹੀਂ ਆਉਂਦੇ ਉਹ ਪੁਲਿਸ ਦੇ ਸਾਹਮਣੇ, ਕਿਉਂ ਨਹੀਂ ਇਨਵੈਸਟੀਗੇਸ਼ਨ ਜੁਆਇਨ ਕਰਦੇ, ਕਿਉਂ ਨਹੀਂ ਸਰੈਂਡਰ ਕਰਦੇ? ਉਹਨਾਂ ਦਾ ਗੈਰ ਜ਼ਮਾਨਤੀ ਜਿਹੜੀ ਧਾਰਾਵਾਂ ਨੇ ਉਹਨਾਂ 'ਚ ਪਰਚਾ ਦਰਜ ਹੋਇਆ ਵਾ, ਕਿਉਂ ਨਹੀਂ ਆਉਂਦੇ ਸਾਹਮਣੇ? ਉਹ ਤਾਂ ਘਰੇ ਵੀ ਨਹੀਂ ਹੈਗੇ ਆਪਣੇ, ਸਾਨੂੰ ਤਾਂ ਚੰਡੀਗੜ੍ਹ ਪੁਲਿਸ ਦੱਸ ਰਹੀ ਹੈ ਉਹ ਤਾਂ ਘਰੇ ਹੈ ਹੀ ਨਹੀਂ। ਪਰ ਉਹਨਾਂ ਦੇ ਘਰ ਜਾ ਕੇ ਦੱਸਿਆ ਜਾ ਰਿਹਾ ਹੈ ਕਿ ਪੁੱਛਗਿੱਛ ਦੇ ਲਈ ਸਿੱਟ ਜਾ ਰਹੀ ਹੈ ਉਹਨਾਂ ਦੇ ਘਰ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿਹੜੇ ਅਫਸਰ ਨੇ ਬਿਆਨ ਦਿੱਤਾ ਕਿ ਵੀ ਉਹ ਘਰ ਨੇ ਤੇ ਉਹਨਾਂ ਨੇ ਸਾਨੂੰ ਇਨਵੈਸਟੀਗੇਸ਼ਨ 'ਚ ਮਦਦ ਕੀਤੀ ਹੈ ਤੇ ਉਹਨਾਂ ਦੇ ਨਾਲ ਕੋਈ ਮੁਲਾਕਾਤ ਹੋਈ ਹੈ? ਕੋਈ ਵੀ ਨਹੀਂ। ਚੰਡੀਗੜ੍ਹ ਪੁਲਿਸ ਸਾਨੂੰ ਕਲੀਅਰ ਕਹਿ ਰਹੀ ਹੈ ਆਪਾਂ ਆਪਣੇ ਕਲਾਇੰਟ ਨੂੰ ਜਾਣ ਨਹੀਂ ਦੇਣਾ ਸੀਗਾ। ਉਹਨਾਂ ਸਾਨੂੰ ਇਹ ਦੱਸਿਆ ਵੀ ਮੰਤਰੀ ਘਰੇ ਨਹੀਂ ਹੈਗਾ। ਤਾਂ ਮੈਂ ਸਮਝਦਾ ਮੰਤਰੀ ਰਹਿਣ ਲਈ ਹੱਕਦਾਰ ਹੀ ਨਹੀਂ ਹੈ, ਉਹਨਾਂ ਨੂੰ ਤਾਂ ਬਿਨਾਂ ਕਿਸੇ ਦੇਰੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਤੇ ਉਦੋਂ ਵੱਲ ਮੁੱਖ ਮੰਤਰੀ ਰਹਿਣਾ ਜਿਹੜੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਰਾ ਦਿੰਦੇ ਨੇ, ਉਹ ਕਿਉਂ ਨਹੀਂ ਉਹਨੂੰ ਬਰਖਾਸਤ ਕਰਦੇ ਜਦੋਂ ਇੰਨੇ ਸੀਰੀਅਸ ਐਲੀਗੇਸ਼ਨ ਉਹਨਾਂ ਉੱਤੇ ਲੱਗੇ ਹੋਏ ਨੇ? ਤੇ ਜਿਹੜੀ ਪੀੜਿਤਾ ਹੈ, ਜਿਹੜੀ ਸਾਡੀ ਕਲਾਇੰਟ, ਉਹਨੇ 12-12 13-13 ਘੰਟੇ ਲਾ ਕੇ ਸਾਰੀ ਡਿਟੇਲ ਇਨਵੈਸਟੀਗੇਸ਼ਨ 'ਚ ਮਦਦ ਕਰਦੇ ਹੋਣ, ਸਾਰੀ ਚੀਜ਼ਾਂ, ਸਾਰੇ ਆਪਣੇ ਮੋਬਾਈਲ ਫੋਨ, ਸਾਰੇ ਦਸਤਾਵੇਜ਼ ਜਦੋਂ ਉਹਨਾਂ ਨੂੰ ਸੀਜ਼ ਕਰਾਤੇ ਦੇ ਦਿੱਤੇ ਨੇ, ਤਾਂ ਕਿਉਂ ਨਹੀਂ ਉਹਨੂੰ ਅਰੈਸਟ ਕਰਦੇ? ਮੁੱਖ ਮੰਤਰੀ ਜੀ ਤਾਂ ਸਰੇਆਮ ਉਹਨੂੰ ਸੇਫਗਾਰਡ ਕਰ ਰਹੇ ਨੇ। ਔਰ ਮੈਂ ਤਾਂ ਹੁਣ ਬੜੀ ਜ਼ਿੰਮੇਵਾਰੀ ਨਾਲ ਇਹ ਕਹਿਣਾ ਚਾਹੁੰਦਾ ਵੀ ਸੰਦੀਪ ਸਿੰਘ ਜੀ ਤਾਂ ਕਿਤੇ ਦਿਖ ਹੀ ਨਹੀਂ ਰਹੇ ਔਰ ਉਹ ਤਾਂ ਫਰਾਰ ਨੇ। ਚੰਡੀਗੜ੍ਹ ਪੁਲਿਸ ਕਿਉਂ ਨਹੀਂ ਅਰੈਸਟ ਕਰਦੀ ਉਹਨਾਂ ਨੂੰ, ਕਿਉਂ ਦੇਰੀ ਕਰ ਰਹੀ ਹੈ? ਇਸ ਸਾਰੇ ਮਸਲੇ ਦੇ ਵਿੱਚ ਹੁਣ ਤੱਕ ਜਿੰਨੀ ਵਾਰੀ ਤੁਸੀਂ ਆਪਣੀਆਂ ਦਲੀਲਾਂ ਰੱਖੀਆਂ, ਲੀਗਲ ਟੀਮ ਨੇ ਜਾਂ ਤੁਹਾਡੇ ਪੀੜਤ ਨੇ, ਜਿਹੜੇ ਕਲਾਇੰਟ ਨੇ, ਉਹ ਵੀ ਉੱਥੇ ਜਾਂਦੇ ਨੇ, ਉਹਨਾਂ ਦਾ ਇੱਕ ਬਿਆਨ ਅਸੀਂ ਵੀ ਸੁਣਿਆ ਜਿਸ ਵਿੱਚ ਉਹ ਕੁਰਲਾ ਕੇ ਕਹਿ ਰਹੇ ਨੇ ਮੈਨੂੰ ਲੱਗਦਾ ਜਦੋਂ ਮੈਂ ਕਰ ਲਿਆ ਮੈਂ ਇੰਨੀ ਜ਼ਿਆਦਾ ਪਰੇਸ਼ਾਨ ਹੋ ਚੁੱਕੀ। ਨਹੀਂ ਦੇਖੇ, ਕਿਤੇ ਨਾ ਕਿਤੇ ਜਿਹੜੀ ਕੁੜੀ ਨਾਲ ਇੰਨੀ ਦੇਰ 10 ਮਹੀਨੋਂ ਤੱਕ ਇੰਨਾ ਟੌਰਚਰ ਹੋਇਆ ਉਹ, ਤਾਂ ਪੁਲਿਸ ਉਹਨੂੰ ਬਾਰ-ਬਾਰ ਉਹ ਸੀਨ ਬਾਰ-ਬਾਰ ਰੀਕ੍ਰੀਏਟ ਕਰਕੇ ਉਹਨਾਂ 'ਚੋਂ ਬਾਰ-ਬਾਰ ਉਹ ਗੱਲਾਂ ਪੁੱਛ ਕੇ, ਮੈਂ ਸਮਝਦਾ ਵੀ ਮੈਨੂੰ ਜੇ ਕੋਈ ਗੱਲ ਪੁੱਛ ਲੈ, ਮੈਂ ਆਪਣੀ ਗੱਲ ਕੋਈ ਆਪ ਬੀਤੀ ਸਾਡੇ ਨਾਲ ਕਿਸੇ ਨਾਲ ਹੋ ਜਾਏ, ਆਪਾਂ ਦੂਜੀ ਵਾਰ ਨਹੀਂ ਉਹ ਰਿਪੀਟ ਕਰ ਸਕਦੇ ਨੇ। ਪਰ ਉਹ ਕੁੜੀ ਦੀ ਕਿੰਨੀ ਹਿੰਮਤ ਹੈ
ਉਸ ਕੁੜੀ 'ਚ ਕਿੰਨੀ ਹਿੰਮਤ ਹੈ ਕਿ ਉਹਨੇ ਇੰਨੀ ਬੇਬਾਕੀ ਨਾਲ ਸਾਰੀ ਚੀਜ਼ਾਂ ਪੁਲਿਸ ਨੂੰ ਦੱਸੀਆਂ, ਪਰ ਪੁਲਿਸ ਇਸ 'ਚ ਕੁਝ ਕਰ ਹੀ ਨਹੀਂ ਰਹੀ। ਕਿਉਂ ਨਹੀਂ ਅਰੈਸਟ ਕਰਦੀ? ਮੈਂ ਤਾਂ ਪੁੱਛਣਾ ਚਾਹੁੰਦਾ। ਕੱਲ ਤੱਕ ਸਾਡੇ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਸੀਗੀ ਆਪਾਂ ਪੂਰੀ ਮਦਦ ਕੀਤੀ ਹੈ। ਪੁਲਿਸ ਨੇ ਜਦੋਂ ਬੁਲਾਇਆ 11 ਵਜੇ ਬੁਲਾਇਆ, ਆਪਾਂ ਪੌਣੇ 11 ਵਜੇ ਪੁੱਜੇ ਹੁੰਦੇ ਸੀਗੇ ਪੁਲਿਸ ਸਟੇਸ਼ਨ, ਤੇ ਰਾਤੀ 8-8 9-9 ਵਜੇ ਸਾਰਾ ਮੀਡੀਆ, ਤੁਸੀਂ ਵੀ ਬਾਹਰ ਹੁੰਦੇ ਸੀਗੇ ਨੇ, ਠੰਡ 'ਚ ਖੜੇ ਹੁੰਦੇ ਸੀਗੇ। 6-6 ਘੰਟੇ ਉਸਨੇ ਕੁੜੀ ਨੇ ਆਪਣੇ ਘਰੋਂ ਵੀ ਜਿਹੜੀ ਸਾਰੀ ਗੱਲਾਂ ਸਾਡੀ ਕਲਾਇੰਟ ਨੇ ਉਹ ਦਿੱਤੀਆਂ ਨੇ, ਸਾਰੀ ਇਨਫੋਰਮੇਸ਼ਨ। ਔਰ ਇਸ ਕੇਸ ਦੇ ਵਿੱਚ ਜਿਹੜੀਆਂ ਧਾਰਾਵਾਂ ਗੰਭੀਰ ਲੱਗੀਆਂ ਨੇ, ਜਿਸ ਵਿੱਚ 2 ਧਾਰਾਵਾਂ ਉਹਨੇ ਜਿਹੜੀਆਂ ਗੈਰ ਜ਼ਮਾਨਤੀ ਨੇ, ਨਾਨ ਬੇਲੇਬਲ ਨੇ, ਇਸ ਮਸਲੇ ਦੇ ਵਿੱਚ ਕੋਈ ਹੋਰ ਤਿਆਰੀ ਵੀ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਧਾਰਾ ਜੋੜਨ ਦੀ, ਜਾਂ ਇਹਨਾਂ ਦੇ ਤਹਿਤ ਹੀ ਸਜ਼ਾ ਜਿਹੜੀ ਵੀ ਦਿਵਾਉਣਾ ਚਾਹੁੰਦੇ ਉਸ ਦੇ ਲਈ ਲੱਗੇ ਹੋਏ? ਮੈਂ ਸਮਝਦਾ ਜਿਹੜੀ ਸਾਡੀ ਕਲਾਇੰਟ ਵੱਲੋਂ ਕੰਪਲੇਂਟ ਦਿੱਤੀ ਗਈ ਹੈ ਤੇ ਕਿਤੇ ਨਾ ਕਿਤੇ ਜਿਹੜੀ FIR ਦਰਜ ਹੋਈ ਹੈ, ਤਾਂ ਜਿਹੜੀ ਸਟੇਟਮੈਂਟਸ ਉਹਨਾਂ ਨੇ ਮਾਨਯ ਅਦਾਲਤ ਦੇ ਪੁਲਿਸ ਦੇ ਸਮਕਸ਼ ਜੇ ਸਿੱਟ ਦੇ ਸਮਕਸ਼ ਦਿੱਤੀਆਂ ਨੇ, ਉਸ 'ਚ ਕਲੀਅਰ ਤੇ ਸਾਫ਼ ਤੌਰ ਤੇ 376 ਰੈਡ ਵਿਦ 511 ਅਟੈਂਪਟ ਟੂ ਰੇਪ ਦੀ ਧਾਰਾ ਉਸ 'ਚ ਬਣਦੀ ਹੈ। ਔਰ ਮੈਂ ਸਮਝਦਾ ਵੀ ਪੁਲਿਸ ਜੇ ਫੇਰ ਇਨਵੈਸਟੀਗੇਸ਼ਨ ਕਰ ਰਹੀ ਹੈ ਬਿਨਾਂ ਕਿਸੇ ਦੇਰੀ ਤੋਂ 376 ਰੈਡ ਵਿਦ 511 ਲਾਏ, ਤੇ ਸਭ ਤੋਂ ਪਹਿਲਾਂ ਬਿਨਾਂ ਕਿਸੇ ਦੇਰੀ ਨਾਲ ਸੰਦੀਪ ਸਿੰਘ ਜੀ ਨੂੰ ਅਰੈਸਟ ਕੀਤਾ ਜਾਏ। ਔਰ ਹਰਿਆਣਾ ਸਰਕਾਰ ਉਹਨਾਂ ਨੂੰ ਮੰਤਰੀ ਪਦ 'ਚ ਰੱਖ ਕੇ ਕੀ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਉਹਨਾਂ ਦਾ ਇਹ ਪੂਰੇ ਪ੍ਰਦੇਸ਼ 'ਚ ਇਹ ਦਿਖਾ ਰਹੇ ਨੇ ਕਿ ਮੰਤਰੀ ਲਈ ਕਾਨੂੰਨ ਅਲੱਗ ਹੈ ਤੇ ਆਮ ਆਦਮੀ ਲਈ ਕਾਨੂੰਨ ਅਲੱਗ ਹੈ। ਮੈਂ ਸਮਝਦਾ ਇਹ ਕਾਨੂੰਨ ਦੀ ਜਿਹੜੀ ਮੌਕਰੀ ਬਣਾਉਣ ਦਾ ਕੰਮ ਮੁੱਖ ਮੰਤਰੀ ਜੀ ਤੇ ਹਰਿਆਣਾ ਸਰਕਾਰ ਕਰ ਰਹੀ ਹੈ, ਇਸ ਦਾ ਜਵਾਬ ਇਹਨਾਂ ਨੂੰ ਹਰਿਆਣਾ ਦੀ ਜਨਤਾ ਤੇ ਪੂਰੇ ਦੇਸ਼ ਦੇ ਲੋਕ ਜ਼ਰੂਰ ਦੇਣਗੇ। ਇੱਕ ਮੇਰਾ ਆਖਰੀ ਸਵਾਲ ਇਸ ਨਾਲ ਜੁੜਿਆ, ਅਜਿਹੇ ਕੇਸਾਂ ਦੇ ਵਿੱਚ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਮੀਡੀਆ ਨਾਲ ਗੱਲ ਕਰਦੇ ਆ ਤੇ ਗੱਲ ਹੋਰ ਕਹੀ ਜਾਂਦੀ ਹੈ, ਜਦੋਂ ਅਦਾਲਤ ਦੇ ਸਾਹਮਣੇ ਬੋਲਣਾ ਹੁੰਦਾ, ਜੱਜ ਸਾਹਿਬਾਨ ਦੇ ਸਾਹਮਣੇ, ਤਾਂ ਉੱਥੇ ਦਲੀਲਾਂ ਨੇ ਜਿਹੜੀਆਂ ਹੋਰ ਰੱਖੀਆਂ ਜਾਂਦੀਆਂ ਨੇ। ਇਸ ਕੇਸ ਦੇ ਵਿੱਚ ਤੁਹਾਨੂੰ ਕੀ ਨਜ਼ਰ ਆ ਰਿਹਾ? ਸੰਦੀਪ ਸਿੰਘ ਜੇਕਰ ਬਚਣਾ ਚਾਹਣਗੇ ਇਸ ਮਸਲੇ ਦੇ ਵਿੱਚ, ਉਹ ਇਸ ਤਰ੍ਹਾਂ ਵਿਚਰਨਗੇ, ਜਾਂ ਜਿਹੜੀਆਂ ਗੱਲਾਂ ਹੁਣ ਤੱਕ ਸਾਹਮਣੇ ਆਈਆਂ ਉਹ ਬਿਲਕੁਲ ਹਊ ਬਹੂ ਅਦਾਲਤ ਵਿੱਚ ਤੁਹਾਡੇ ਵੱਲੋਂ ਵੀ ਰੱਖੀਆਂ ਜਾਣਗੀਆਂ ਕਿ ਜਿਹੜੀ ਗੱਲ ਤੁਸੀਂ ਬਾਹਰ ਕਰ ਰਹੇ? ਆਪਾਂ ਤੇ ਗੱਲ ਉੱਤੇ ਚੱਲਦੇ ਨੇ। ਆਪਾਂ ਤਾਂ ਆਪਣੇ ਕਲਾਇੰਟ ਨੇ ਜਿਵੇਂ ਸਾਨੂੰ ਦੱਸਿਆ ਸਾਰੇ ਕੇਸ ਦੇ ਬਾਰੇ, ਤਾਂ ਉਹ ਡੇ 1 ਤੋਂ ਸੱਚਾਈ ਨਾਲ ਉਸ ਚੱਲ ਰਹੇ ਨੇ। ਤੁਸੀਂ ਵੀ ਮੀਡੀਆ ਤੁਸੀਂ ਹਰ ਰੋਜ਼ ਦੇਖ ਰਹੇ ਹੋ, ਉਹਨਾਂ ਵੱਲੋਂ ਕਦੀ ਕੋਈ ਚੀਜ਼ ਚੇਂਜ ਨਹੀਂ ਕੀਤੀ ਗਈ। ਉਹ ਤਾਂ ਹਮੇਸ਼ਾ ਸੱਚਾਈ ਉੱਤੇ ਬਹੁਤ ਲੰਬੀ ਡਿਟੇਲ ਇਨਵੈਸਟੀਗੇਸ਼ਨ ਉੱਤੇ ਵੀ ਉਹ ਸੇਮ ਚੀਜ਼ ਬਾਰ-ਬਾਰ ਪੁਲਿਸ ਨੂੰ ਪੀੜਿਤ ਇਹ ਬਾਰ-ਬਾਰ ਰੋ ਕੇ ਇਹ ਚੀਜ਼ ਕਹਿ ਰਹੀ ਹੈ ਕਿ ਮੈਨੂੰ ਇਨਸਾਫ ਦਿਓ। ਉਹ ਤਾਂ ਮੁੱਖ ਮੰਤਰੀ ਜੀ ਕੋਲ ਵੀ ਗਏ, ਉਹਨਾਂ ਤੋਂ ਮੁੱਖ ਮੰਤਰੀ ਜੀ ਨੂੰ ਵੀ ਫੋਨ ਕਰਕੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜੀ ਮੈਨੂੰ ਇਨਸਾਫ ਦਿਓ, ਪਰ ਮੁੱਖ ਮੰਤਰੀ ਜੀ ਨੇ ਉਹਨਾਂ ਨੂੰ ਟਾਈਮ ਨਹੀਂ ਦਿੱਤਾ। ਮੈਂ ਤਾਂ ਧੰਨਵਾਦ ਕਰਨ ਚਾਹੁੰਦਾ ਹਰਿਆਣਾ ਦੇ ਗ੍ਰਹਿ ਮੰਤਰੀ ਜੀ ਦਾ, ਜਿਨ੍ਹਾਂ ਨੇ ਉਹਨਾਂ ਨੂੰ ਘੱਟੋ ਘੱਟ ਸਿਕਿਉਰਿਟੀ ਤਾਂ ਦਿੱਤੀ ਕੁੜੀ ਨੂੰ। ਮੁੱਖ ਮੰਤਰੀ ਜੀ ਨੇ ਤਾਂ ਇੱਕ ਵਾਰੀ ਇਹ ਵੀ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕੁੜੀ ਦੀ ਹਾਲ ਕੀ ਹੈ। ਉਹਨਾਂ ਨੂੰ ਹਰਿਆਣਾ ਦੇ ਮਹਿਲਾ ਆਯੋਗ ਨੇ ਕੀ ਕੀਤਾ ਇਸ ਕੇਸ 'ਚ? ਕੁਝ ਵੀ ਨਹੀਂ ਕੀਤਾ। ਇੱਕ ਸਿੱਟ ਬਣਾ ਦਿੱਤੀ ਹਰਿਆਣਾ ਸਰਕਾਰ ਨੇ, ਉਹ ਤਾਂ ਬਣੀ ਨਹੀਂ ਸਕਦੀ ਜਦੋਂ ਤੱਕ ਕੋਈ ਪਰਚਾ ਨਹੀਂ ਦਰਜ ਹੁੰਦਾ। ਮੈਂ ਪੁੱਛਣਾ ਚਾਹੁੰਦਾ ਹਾਂ ਹਰਿਆਣਾ ਸਰਕਾਰ ਨੂੰ, ਉਹਨਾਂ ਨੇ ਕਿਸ ਦੇ ਆਦੇਸ਼ ਉੱਤੇ ਸਿੱਟ ਬਣਾਈ ਹੈ, ਕਿਹਦੀ ਡਾਇਰੈਕਸ਼ਨ ਉੱਤੇ ਸਿੱਟ ਬਣਾਈ ਹੈ, ਕਿਹੜੇ ਕਾਨੂੰਨ 'ਚ ਉਹਨਾਂ ਨੇ ਸਿੱਟ ਬਣਾਈ ਹੈ? ਹਰਿਆਣਾ 'ਚ ਕੋਈ ਪਰਚਾ ਹੀ ਨਹੀਂ ਦਰਜ ਹੋਇਆ, ਸਿੱਟ ਕਿਵੇਂ ਬਣ ਗਈ? ਔਰ ਜੇ ਕਿਸੇ ਆਮ ਬੰਦੇ ਉੱਤੇ ਪਰਚਾ ਹੁੰਦਾ, ਕਦੋਂ ਸਿੱਟ ਬਣਦੀ ਹੈ ਜੀ? ਨਾਲੇ ਅਰੈਸਟ ਕਰਦੇ ਉਸ ਬੰਦੇ ਨੂੰ ਜੀ। ਔਰ ਇਸ ਮਸਲੇ ਦੇ ਵਿੱਚ ਇੱਕ ਗੱਲ ਹੋਰ ਦੇਖਣ ਨੂੰ ਮਿਲੀ ਹੈ ਕਿ ਖਾਪ ਪੰਚਾਇਤਾਂ ਵੀ ਅੱਗੇ ਆ ਰਹੀਆਂ, ਖਾਪ ਪੰਚਾਇਤਾਂ ਜੁੜ ਰਹੀਆਂ ਦਿੱਲੀ ਦੇ ਨੇੜੇ ਵੀ, ਇੱਥੇ ਵੀ। ਔਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ 7 ਤਰੀਕ ਦਾ ਅਲਟੀਮੇਟਮ ਦਿੱਤਾ ਗਿਆ, ਨਹੀਂ ਗ੍ਰਿਫਤਾਰੀ ਹੁੰਦੀ ਤੇ ਵੱਡੇ ਅੰਦੋਲਨ ਵੀ ਵਿੱਢਣਗੇ, ਕਿ ਉਸ ਨਾਲ ਫਰਕ ਪਏਗਾ? ਮੈਂ ਸਮਝਦਾ ਇਹ ਜਿਹੜਾ ਮੁੱਦਾ ਹੈ ਦੇਸ਼ ਔਰ ਪ੍ਰਦੇਸ਼ ਦੀ, ਜਿਹੜੀ ਸਾਡੀ ਕੁੜੀਆਂ ਤੀਵੀਆਂ ਨੇ, ਸਾਡੀ ਬੇਟੀਆਂ ਨੇ, ਉਹਨਾਂ ਤੋਂ ਜੁੜਾ ਮੁੱਦਾ ਹੈ। ਔਰ ਖਾਪ ਪੰਚਾਇਤਾਂ ਵੱਲੋਂ ਜਿਵੇਂ ਸਾਡੀ ਕਲਾਇੰਟ ਦੀ ਪੀੜਿਤਾ ਦੀ ਮਦਦ ਕੀਤੀ ਜਾ ਰਹੀ ਹੈ, ਮੈਂ ਸਮਝਦਾ ਸਰਕਾਰ ਨੂੰ ਜਲਦ ਤੋਂ ਜਲਦ ਉਹਨਾਂ ਨੂੰ ਮੰਤਰੀ ਪਦ ਤੋਂ ਹਟਾਉਣਾ ਚਾਹੀਦਾ। ਔਰ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ, ਇਹ ਦੇਸ਼ ਤੇ ਪ੍ਰਦੇਸ਼ ਦੀ ਕੁੜੀ ਨਾਲੋਂ ਜੁੜਾ ਮੁੱਦਾ ਹੈ, ਸਾਡੀ ਬੇਟੀ ਨਾਲ ਜੁੜਾ ਮੁੱਦਾ ਹੈ, ਤੇ ਅੰਤਰਰਾਸ਼ਟਰੀ ਸਤਰ ਉੱਤੇ ਜਿਹੜੀ ਖਿਲਾੜੀ ਹੈਗੀ ਹੈ ਉਹਦਾ ਮੁੱਦਾ ਹੈ। ਔਰ ਜੇ ਸਰਕਾਰ ਇੰਨੀ ਅੱਛੀ ਹੈਗੀ ਹੈ ਤਾਂ ਕਿਉਂ ਨਹੀਂ ਇਹਨਾਂ ਨੂੰ ਸੰਦੀਪ ਸਿੰਘ ਜੀ ਨੂੰ ਮੰਤਰੀ ਪਦ ਉੱਤੇ ਹਟਾਉਂਦੀ? ਕਿਉਂ ਨਹੀਂ ਉਹਨਾਂ ਨੂੰ ਅਰੈਸਟ ਕਰਾਉਂਦੀ? ਕਿਉਂ ਨਹੀਂ ਉਹਨਾਂ ਨੂੰ ਅਦਾਲਤ ਦੇ ਸਮਕਸ਼ ਖੜਾ ਕਰਦੀ? ਮੈਂ ਸਮਝਦਾ ਕਿਤੇ ਨਾ ਕਿਤੇ ਹਰਿਆਣਾ ਸਰਕਾਰ ਇਹ ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਹਨੂੰ ਆਪਾਂ ਕੋਰਟ 'ਚ ਲੈ ਕੇ ਜਾਵਾਂਗੇ। ਬਹੁਤ ਸ਼ੁਕਰੀਆ। ਇਸ ਸਨ ਸਾਡੇ ਨਾਲ ਐਡਵੋਕੇਟ ਦੀਪਾਂਸ਼ੂ ਬੰਸਲ, ਜਿਨ੍ਹਾਂ ਨੇ ਆਪਣੇ ਤਜਰਬੇ ਵਿੱਚ ਔਰ ਕੇਸ ਨਾਲ ਜੁੜੇ ਕੁਝ ਗੱਲਾਂ ਦੇ ਉੱਤੇ, ਤੱਥਾਂ ਦੇ ਉੱਤੇ ਚਾਨਣਾ ਪਾਇਆ। ਔਰ ਇਸ ਮਸਲੇ ਦੇ ਵਿੱਚ ਆਏ ਦਿਨ ਨਵਾਂ ਅਪਡੇਟ ਇਹ ਵੀ ਆ ਰਿਹਾ ਹੈ ਕਿ ਇਸ ਮਸਲੇ ਸਰਕਾਰ ਕੀ ਕਰ ਰਹੀ ਹੈ, ਜਿਹੜੀ ਸਿੱਟ ਹਰਿਆਣਾ ਵੱਲੋਂ ਬਣਾਈ ਗਈ ਉਹ ਕਿਵੇਂ ਗੈਰ ਕਾਨੂੰਨੀ ਹੈ। ਇਹਨਾਂ ਨੇ ਆਪਣੀ ਜ਼ੁਬਾਨੀ ਦੱਸਿਆ ਕਿ ਕਿਹੜੇ ਕਾਨੂੰਨ ਦੇ ਆਧਾਰ ਤੇ ਬਣਾਈ ਗਈ ਹੈ। ਕੀ ਕੇਸ ਨੂੰ ਪ੍ਰਭਾਵਿਤ ਕਰਨ ਦੀਆਂ ਗੱਲਾਂ ਵੀ ਹੋ ਰਹੀਆਂ ਨੇ, ਜਾਂ ਪੀੜਤ ਕੋਚ ਨੂੰ ਇਨਸਾਫ ਮਿਲੇਗਾ ਇਸ ਮਸਲੇ ਵਿੱਚ? ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਹੈ। ਪਰ ਇੱਕ ਤੈਅ ਸਿੱਟ ਦੀ ਜਾਂਚ ਨੇ ਕਰਨਾ ਹੈ ਔਰ ਅਦਾਲਤ ਨੇ ਕਰਨਾ ਹੈ ਕਿ ਸਜ਼ਾ ਇਸ ਮਸਲੇ ਦੇ ਵਿੱਚ ਕੀ ਹੁੰਦੀ ਹੈ ਔਰ ਗ੍ਰਿਫਤਾਰੀ ਸੰਦੀਪ ਸਿੰਘ ਦੀ ਕਦੋਂ ਹੁੰਦੀ ਹੈ। ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਫਿਲਹਾਲ ਇਸ ਮੁਲਾਕਾਤ 'ਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC पंजाब, चंडीगढ़।